ਸੁਖਪਾਲ ਖਹਿਰਾ ਨੂੰ ਮੋਹਾਲੀ ਦੀ ਸਪੈਸ਼ਲ ਕੋਰਟ ਦੇ ਵਿੱਚ ਕੀਤਾ ਗਿਆ ਪੇਸ਼। ਕੱਲ੍ਹ ਈਡੀ ਨੇ ਡਰੱਗ ਅਤੇ ਮਨੀ ਲਾਂਡਰਿੰਗ ਕੇਸ ਦੇ ਵਿੱਚ ਕੀਤਾ ਸੀ ਗ੍ਰਿਫਤਾਰ। ਬੇਅਦਬੀ ਮਾਮਲੇ 'ਚ ਰਾਮ ਰਹੀਮ ਤੋਂ ਦੁਬਾਰਾ ਪੁੱਛਗਿੱਛ ਕਰਨਾ ਚਾਹੁੰਦੀ ਐਸਆਈਟੀ। ਸੁਣਵਾਈ ਦੌਰਾਨ ਹਾਈ ਕੋਰਟ ਦੇ ਅੱਗੇ ਰੱਖੀ ਮੰਗ। ਰਿਪੋਰਟ ਦਾਖਲ ਕਰਨ ਦੇ ਲਈ ਐਸਆਈਟੀ ਨੇ ਮੰਗਿਆ 4 ਹਫ਼ਤਿਆਂ ਦਾ ਸਮਾਂ। ਲਖੀਮਪੁਰ ਹਿੰਸਾ ਮਾਮਲੇ 'ਚ ਸੁਪਰੀਮ ਕੋਰਟ 'ਚ ਟਲੀ ਸੁਣਵਾਈ। ਯੂਪੀ ਸਰਕਾਰ ਨੇ ਜਵਾਬ ਦਾਖਲ ਕਰਨ ਦੇ ਲਈ ਮੰਗਿਆ ਸਮਾਂ। ਕੋਰਟ ਨੇ 15 ਨਵੰਬਰ ਤੱਕ ਦਾ ਦਿੱਤਾ ਸਮਾਂ। ਪਿਛਲੀ ਸੁਣਵਾਈ 'ਚ ਕੋਰਟ ਨੇ ਜਾਂਚ ਤੇ ਚੁੱਕੇ ਸਨ ਸਵਾਲ। ਸੋਨੀਪਤ ਦੇ ਨਿਸ਼ਾ ਦਹੀਆ ਕਤਲ ਮਾਮਲੇ 'ਚ 2 ਹੋਰ ਗ੍ਰਿਫਤਾਰੀਆਂ। ਦਿੱਲੀ ਤੋਂ ਮੁੱਖ ਮੁਲਜ਼ਮ ਕੋਚ ਪਵਨ ਅਤੇ ਉਸ ਦਾ ਸਾਥੀ ਸਚਿਨ ਗ੍ਰਿਫਤਾਰ। ਦਿੱਲੀ ਦੀ ਸਪੈਸ਼ਲ ਸੈੱਲ ਨੇ ਕੀਤਾ ਕੰਮ। ਲਸ਼ਕਰ ਤੋਇਬਾ ਨੇ 8 ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਦਿੱਤੀ ਧਮਕੀ। ਅੰਬਾਲਾ ਦੇ ਡੀਆਰਐਮ ਨੂੰ ਆਈ ਧਮਕੀ ਭਰੀ ਚਿੱਠੀ। ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਪੁਲਿਸ। ਪ੍ਰਧਾਨ ਮੰਤਰੀ ਮੋਦੀ ਨੇ ਆਰਬੀਆਈ ਦੀਆਂ 2 ਨਵੀਆਂ ਯੋਜਨਾਵਾਂ ਕੀਤੀਆਂ ਲਾਂਚ। ਕਿਹਾ ਦੇਸ਼ ਦੇ ਵਿੱਚ ਨਿਵੇਸ਼ ਦੇ ਦਾਇਰੇ ਦਾ ਹੋਵੇਗਾ ਵਿਸਥਾਰ। ਕੈਪੀਟਲ ਮਾਰਕੀਟ ਤੱਕ ਪਹੁੰਚ ਹੋਵੇਗੀ ਆਸਾਨ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਵੱਡੀ ਖਬਰ ਦੇ ਨਾਲ। ਰਾਮ ਰਹੀਮ ਦੇ ਨਾਲ ਜੁੜੀ ਹੋਈ ਵੱਡੀ ਖਬਰ। ਐਸਆਈਟੀ ਰਾਮ ਰਹੀਮ ਤੋਂ ਇੱਕ ਵਾਰ ਮੁੜ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ। ਕਰੀਬ 7-8 ਘੰਟੇ ਦੀ ਮੈਰਾਥਨ ਮੀਟਿੰਗ ਜਾਂ ਮੈਰਾਥਨ ਪੁੱਛ ਪੜਤਾਲ ਤੋਂ ਬਾਅਦ ਐਸਆਈਟੀ ਅਜੇ ਵੀ ਚਾਹੁੰਦੀ ਹੈ ਕਿ ਇੱਕ ਵਾਰ ਫਿਰ ਤੋਂ ਬੇਅਦਬੀ ਦੇ ਕੇਸ ਦੇ ਵਿੱਚ ਰਾਮ ਰਹੀਮ ਤੋਂ ਪੁੱਛ ਪੜਤਾਲ ਕੀਤੀ ਜਾਵੇ। ਬੇਅਦਬੀ ਮਾਮਲਾ 2015 ਦੇ ਵਿੱਚ ਜੋ ਵਾਪਰਿਆ, ਜਿਸ ਦੇ ਤਾਰ ਸਿੱਧਾ ਜਾ ਕੇ ਡੇਰੇ ਦੇ ਨਾਲ ਜੁੜਦੇ ਨੇ। 45 ਮੈਂਬਰੀ ਕਮੇਟੀ ਨਾਲ ਜੁੜੇ ਤੇ ਉਸ ਸਭ ਦੇ ਵਿਚਾਲੇ ਤੁਹਾਨੂੰ ਦੱਸ ਦਈਏ, ਜਿਵੇਂ ਪਾਵਨ ਸਰੂਪ ਚੋਰੀ ਹੋਇਆ ਸੀ 2015 ਦੇ ਵਿੱਚ ਜੂਨ 'ਚ, ਤੇ ਉਸ ਤੋਂ ਬਾਅਦ ਸਤੰਬਰ 2015 ਦੇ ਵਿੱਚ ਪੋਸਟਰ ਲੱਗਦੇ ਨੇ, ਅਕਤੂਬਰ ਦੇ ਵਿੱਚ ਬੇਅਦਬੀ ਹੁੰਦੀ ਹੈ। ਉਹ ਪੂਰਾ ਘਟਨਾਕ੍ਰਮ ਵਾਪਰਿਆ ਤੇ ਉਸ ਦੇ ਤਾਰ ਕਿਤੇ ਨਾ ਕਿਤੇ ਜ਼ਰੂਰ ਜਾ ਕੇ ਡੇਰੇ ਦੇ ਨਾਲ ਜੁੜੇ। ਇਲਜ਼ਾਮ ਲੱਗਦੇ ਰਹੇ ਨੇ। ਰਾਮ ਰਹੀਮ ਤੋਂ ਇੱਕ ਵਾਰ ਐਸਆਈਟੀ ਪੁੱਛ ਪੜਤਾਲ ਕਰ ਚੁੱਕੀ ਹੈ। ਐਸਆਈਟੀ ਮੁੜ ਰਾਮ ਰਹੀਮ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ। ਹਾਈ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਐਸਆਈਟੀ ਦੇ ਮੈਂਬਰਾਂ ਦੇ ਵੱਲੋਂ ਇਹ ਮੰਗ ਰੱਖੀ ਗਈ। ਐਸਆਈਟੀ ਨੇ ਅੱਜ ਹਾਈ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤੀ ਹੈ ਰਿਪੋਰਟ, ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਆਪਣੀ ਰਿਪੋਰਟ ਪੇਸ਼ ਕਰਨ ਦੇ ਲਈ 4 ਹਫ਼ਤੇ ਦਾ ਸਮਾਂ ਮੰਗਿਆ। ਅਗਲੀ ਸੁਣਵਾਈ ਹੁਣ 17 ਦਸੰਬਰ ਨੂੰ ਹੋਵੇਗੀ। ਸਦਾ ਰੁਕ ਕਰਦੇ ਹਾਂ ਇੱਕ ਵਾਰ ਫਿਰ ਤੋਂ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਸਾਡੇ ਨਾਲ ਜੁੜ ਰਹੇ ਨੇ। ਉਮੇਸ਼, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਸਮਝਣਾ ਚਾਹਾਂਗੇ? ਇੱਕ ਤਾਂ ਕੋਰਟ ਦਾ ਤੁਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ, ਪਰ ਕੀ ਅਦਾਲਤ ਦੇ ਸਾਹਮਣੇ ਐਸਆਈਟੀ ਦੇ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਹੈ ਕਿ ਅਸੀਂ ਕਿੰਨੇ ਸਵਾਲ ਪੁੱਛ ਚੁੱਕੇ ਹਾਂ, ਕਿੰਨੇ ਸਵਾਲਾਂ ਦਾ ਸਾਨੂੰ ਜਵਾਬ ਮਿਲਿਆ, ਕਿਹੜਾ ਲਿੰਕ ਜਾਂ ਕਿਹੜਾ ਅਜਿਹੀ ਤਾਰ ਹੈ ਜਿਹੜੀ ਜੁੜ ਰਹੀ ਹੈ ਰਾਮ ਰਹੀਮ ਦੇ ਨਾਲ? ਕਿਉਂ ਐਸਆਈਟੀ ਦੁਬਾਰਾ ਪੁੱਛ ਪੜਤਾਲ ਰਾਮ ਰਹੀਮ ਤੋਂ ਕਰਨਾ ਚਾਹੁੰਦੀ ਹੈ? ਕੋਈ ਅਦਾਲਤ ਦੇ ਵਿੱਚ ਕੋਈ ਜਾਣਕਾਰੀ ਦਿੱਤੀ ਗਈ ਹੋਵੇ, ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੋਵੇ? ਗੌਰਵ, ਤੁਹਾਨੂੰ ਯਾਦ ਹੋਣਾ ਕਿ ਜਦੋਂ ਸੁਣਵਾਈ ਹੋਈ ਸੀਗੀ, ਰਾਮ ਰਹੀਮ ਵੱਲੋਂ ਚੈਲੰਜ ਕੀਤਾ ਗਿਆ ਸੀ ਪ੍ਰੋਡਕਸ਼ਨ ਵਾਰੰਟ। ਉਹਦੇ ਵਿੱਚ ਸਪੈਸੀਫਿਕ ਇਹ ਕਿਹਾ ਗਿਆ ਸੀਗਾ ਕਿ ਸੁਨਾਰੀਆ ਜੇਲ੍ਹ ਆ ਕੇ ਐਸਆਈਟੀ ਪੁੱਛਗਿੱਛ ਕਰ ਸਕਦੀ ਹੈ, ਤੇ ਐਸਆਈਟੀ ਗਈ ਸੀ ਉੱਥੇ। ਲੇਕਿਨ ਜਿੱਥੇ ਤੱਕ ਇਹ ਐਸਆਈਟੀ ਦੀ ਰਿਪੋਰਟ ਦਾ ਜ਼ਿਕਰ ਹੈ, ਇਹ ਸਿਰਫ ਐਸਆਈਟੀ ਵੱਲੋਂ ਹੀ ਕਿਹਾ ਗਿਆ ਕਿ ਅਸੀਂ ਹਾਈ ਕੋਰਟ ਵਿੱਚ ਕੋਈ ਰਿਪੋਰਟ ਦੇਵਾਂਗੇ। ਲੇਕਿਨ ਕੋਈ ਸਪੈਸੀਫਿਕ ਹਾਈ ਕੋਰਟ ਨੇ ਆਪਣੇ ਆਰਡਰ ਵਿੱਚ ਕहीं ਕੋਈ ਜ਼ਿਕਰ ਨਹੀਂ ਕੀਤਾ ਸੀ। ਜਿੱਦਾਂ ਆਪਾਂ ਸਵੇਰੇ ਵੀ ਦੱਸਿਆ ਕਿ ਕੋਈ ਜ਼ਿਕਰ ਨਹੀਂ ਸੀ ਕਿ ਕੋਈ ਰਿਪੋਰਟ ਫਾਈਲ ਕਰਨੀ ਹੈ। ਸਿਰਫ ਪ੍ਰੋਡਕਸ਼ਨ ਵਾਰੰਟ ਨੂੰ ਚੈਲੰਜ ਕੀਤਾ ਗਿਆ ਸੀ। ਹਾਈ ਕੋਰਟ ਨੇ ਰਾਮ ਰਹੀਮ ਦੀ ਪਟੀਸ਼ਨ ਅਲਾਉ ਕੀਤੀ ਸੀ ਕਿ ਐਸਆਈਟੀ ਉੱਥੇ ਜਾਏਗੀ, ਨਾ ਕਿ ਰਾਮ ਰਹੀਮ ਨੂੰ ਫਰੀਦਕੋਟ ਲਿਆ ਜਾਏਗਾ, ਤੇ ਇੱਕ ਅਗਾਊਂ ਜ਼ਮਾਨਤ ਦੀ ਸੀਗੀ। ਤੇ ਅੱਜ ਵੀ ਜਦੋਂ ਸਰਕਾਰੀ ਵਕੀਲ ਪੇਸ਼ ਹੋਏ, ਉਹਨਾਂ ਨੇ ਸਾਫ਼ ਕਿਹਾ ਕਿ ਸਾਨੂੰ 4 ਹਫ਼ਤੇ ਦਾ ਟਾਈਮ ਦਿੱਤਾ ਜਾਵੇ, ਅਸੀਂ ਰਿਪਲਾਈ ਫਾਈਲ ਕਰਨਾ ਹੈ। ਐਸਆਈਟੀ ਦੀ ਰਿਪੋਰਟ ਦਾ ਕੋਈ ਜ਼ਿਕਰ ਨਹੀਂ ਹੋਇਆ। ਹੁਣ ਇਹ ਚੀਜ਼ ਹੈ ਕਿ ਐਸਆਈਟੀ ਜਿਹੜੇ ਕੁਐਸਚਨ ਆਏ ਨੇ, ਕੀ ਪੁੱਛਿਆ, ਜਿਹੜੇ ਸਵਾਲ ਸੀਗੇ ਬੇਅਦਬੀ ਨੂੰ ਲੈ ਕੇ ਕਿ ਕਿਆ ਬੇਅਦਬੀ ਰਾਮ ਰਹੀਮ ਦੇ ਕਹਿਣੇ ਤੇ ਹੋਈ ਜਾਂ ਨਹੀਂ ਹੋਈ, ਉਹ ਐਸਆਈਟੀ ਦਾ ਕੁਐਸਚਨ ਇਹ ਰਿਹਾ ਕਿਹੜੇ ਸਵਾਲ ਜਵਾਬ ਹੋਏ। ਦੁਬਾਰਾ ਫਿਰ ਪੁੱਛਗਿੱਛ ਵਾਸਤੇ ਕਿਹਾ ਸੀ ਹਾਈ ਕੋਰਟ ਸਰਕਾਰੀ ਵਕੀਲ ਨੇ ਕਿ ਪੁੱਛਗਿੱਛ ਕਰਨਾ ਚਾਹੁੰਦੇ, ਤੇ ਹਾਈ ਕੋਰਟ ਨੇ ਕਿਹਾ ਠੀਕ ਹੈ ਜੀ, ਇਹ ਐਸਆਈਟੀ ਤੁਹਾਡੀ ਬਣਾਈ ਹੋਈ ਹੈ, ਤੁਸੀਂ ਜਦੋਂ ਮਰਜ਼ੀ ਜਾ ਕੇ ਪੁੱਛਗਿੱਛ ਕਰ ਸਕਦੇ ਹੋ, ਇਹਦੇ ਵਿੱਚ ਅਸੀਂ ਕੁਝ ਨਹੀਂ ਤੁਹਾਨੂੰ ਕਹਿ ਸਕਦੇ ਨਾ ਕਹਾਂਗੇ। ਹੁਣ ਇਹ ਹੈ ਕਿ ਉਹ ਰਿਪੋਰਟ ਹਾਈ ਕੋਰਟ ਵਿੱਚ ਪੇਸ਼ ਕਰਨੇ ਦੀ ਗੱਲ ਪਹਿਲਾਂ ਵੀ ਚੱਲੀ, ਅੱਜ ਕੋਈ ਰਿਪੋਰਟ ਪੇਸ਼ ਨਹੀਂ ਕੀਤੀ ਗਈ। 17 ਦਸੰਬਰ ਨੂੰ ਦੁਬਾਰਾ ਹੀਅਰਿੰਗ ਹੋਣੀ ਹੈ। ਦੁਬਾਰਾ ਕਦੋਂ ਪੁੱਛਗਿੱਛ ਐਸਆਈਟੀ ਨੇ ਕਰਨੀ ਹੈ, ਉਹ ਐਸਆਈਟੀ ਦਾ ਕੰਮ ਹੈ। ਹੁਣ ਇਹ ਦੇਖਣਾ ਹੋਏਗਾ ਕਿ ਕੁਐਸਚਨਰ ਜਿਹੜੇ ਪਹਿਲਾਂ ਗੱਲ ਕਰ ਰਹੇ ਕਿ 100 ਤੋਂ ਜ਼ਿਆਦਾ ਸਵਾਲ ਸੀਗੇ, ਦੁਬਾਰਾ ਐਸਆਈਟੀ ਜਾਏਗੀ, ਉਹ ਕਿੰਨੇ ਸਵਾਲ ਤਿਆਰ ਕਰਦੀ ਹੈ, ਜਾਂ 2 ਵਾਰ ਦੀ ਪੁੱਛਗਿੱਛ ਵਿੱਚ ਕਿ ਐਸਆਈਟੀ ਸੈਟੀਸਫਾਈ ਹੈ ਨਹੀਂ ਹੈ। ਇੱਕ ਗੱਲ ਮੈਂ ਹੋਰ ਜ਼ਿਕਰ ਇੱਥੇ ਕਰਨਾ ਚਾਹਾਂਗਾ, ਹਾਈ ਕੋਰਟ ਵਿੱਚ ਅੱਜ ਐਸਆਈਟੀ ਨੇ ਇਹ ਨਹੀਂ ਕਿਹਾ ਜੀ ਸਾਨੂੰ ਕੋਆਪਰੇਟ ਨਹੀਂ ਕੀਤਾ, ਸਿੱਧਾ ਸਿਰਫ ਇਹ ਕਿਹਾ ਦੁਬਾਰਾ ਪੁੱਛਗਿੱਛ ਕਰਨਾ ਚਾਹੁੰਦੀ ਹੈ ਐਸਆਈਟੀ। ਇਹਦਾ ਮਤਲਬ ਹੈ ਕਿ ਦੁਬਾਰਾ ਜਿਹੜੇ ਕੁਐਸਚਨ ਹੈ, ਦੁਬਾਰਾ ਜਿਹੜੇ ਐਸਆਈਟੀ ਨੂੰ ਲੱਗਦਾ ਹੈ ਕਿ ਹੋਰ ਪੁੱਛਗਿੱਛ ਦੀ ਲੋੜ ਹੈ, ਉਹ ਜਾ ਕੇ ਐਸਆਈਟੀ ਪੁੱਛਗਿੱਛ ਕਰ ਸਕਦੀ ਹੈ। ਬਹੁਤ ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ, ਇਸ ਤਫਸੀਲ ਦੇ ਨਾਲ ਦਿੱਤੀ ਗਈ ਜਾਣਕਾਰੀ ਦੇ ਲਈ। ਤਾਂ ਉਮੀਦ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਨੇ ਕਿ ਹਾਈ ਕੋਰਟ ਦੇ ਵਿੱਚ ਐਸਆਈਟੀ ਦੇ ਵੱਲੋਂ ਇਹ ਕਿਹਾ ਗਿਆ ਇਹ ਉਹ ਐਸਆਈਟੀ ਹੈ ਜੋ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ
ਵੱਖਰੇ ਵੱਖਰੇ ਮਾਮਲੇ ਨੇ। ਸਾਡੇ ਜ਼ਿਆਦਾਤਰ ਦਰਸ਼ਕ ਜਾਣਦੇ ਨੇ ਕਿ ਬੇਅਦਬੀ ਦਾ ਮਾਮਲਾ 2015 ਦੇ ਵਿੱਚ ਜੋ ਵਾਪਰਿਆ ਉਹ ਵੱਖਰਾ ਇਨਵੈਸਟੀਗੇਟ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਜਿਹੜੀ ਗੋਲੀकांड ਦੀ ਘਟਨਾ ਵਾਪਰੀ ਕੋਟਕਪੂਰਾ ਤੇ ਬਹਿਬਲ ਕਲਾਂ ਦੇ ਵਿੱਚ ਉਸ ਦੀ ਜਾਂਚ ਵੱਖ-ਵੱਖ ਐਸਆਈਟੀਆਂ ਅਲੱਗ ਤੋਂ ਕਰ ਰਹੀਆਂ ਨੇ ਤੇ ਇਹ ਐਸਆਈਟੀ ਜਿਹੜੀ ਹੈ ਉਹ ਜਾਂਚ ਕਰ ਰਹੀ ਹੈ ਬੇਅਦਬੀ ਦੇ ਮਾਮਲੇ ਦੀ। ਉਸ ਮਾਮਲੇ ਦੇ ਵਿੱਚ ਜਾ ਕੇ ਰਾਮ ਰਹੀਮ ਤੋਂ ਪੁੱਛ ਪੜਤਾਲ ਕੀਤੀ ਗਈ ਹੈ ਤੇ ਇੱਕ ਵਾਰ ਫਿਰ ਤੋਂ ਐਸਆਈਟੀ ਚਾਹੁੰਦੀ ਹੈ ਕਿ ਪੁੱਛਗਿੱਛ ਕੀਤੀ ਜਾਵੇ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਲਖੀਮਪੁਰ ਖੀਰੀ ਕਾਂਡ ਦੇ ਨਾਲ ਜੁੜੀ ਅਗਲੀ ਵੱਡੀ ਖਬਰ ਹੈ। ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਟਲੀ ਹੈ। ਜੀ ਹਾਂ, ਸੁਣਵਾਈ ਅੱਜ ਹੋਣੀ ਸੀ, ਸੁਣਵਾਈ ਨਹੀਂ ਹੋ ਸਕੀ। यूपी सरकार ने जवाब दाखिल करने के लिए होर समा मंगिया है। हुण कोर्ट ने 15 नवंबर तक का समा दिता, यानी कि 2 दिन बाद एक बार फिर तो सुनवाई होगी। सोमवार नूं मुड़ तो सुनवाई इस पूरे मामले दे विच होगी। पिछली सुनवाई दे विच कोर्ट ने यूपी सरकार की जांच के उत्ते सवाल चुके सन ते दस्सिया पुछया गया सी कि दसो पूरी स्टेटस रिपोर्ट इस पूरे मामले दे विच की है। ते यूपी सरकार नूं अज यानी कि 12 तरीक नूं अपना जवाब दाखिल करना सी, पर अज जवाब दाखिल नहीं किया। होर समा मंगिया गया है। अदालत ने कहा कि ठीक है 2 दिन होर लवो तुसीं, 12 13 14 हुण 3 दिन एक तरीके दे नाल हो गए ते हुण 15 तरीक नूं एक बार मुड़ तो सुनवाई होगी जदों यूपी पुलिस यूपी सरकार दे वल्लों इस पूरे मामले दे विच अपनी रिपोर्ट दाखिल उन्हां नूं करनी होगी। हुण अगली खबर दा रुख करदे हां। लश्कर ए तौयबा दे वल्लों एक धमकी भरी चिट्ठी भेजी गई है। जी हां, दहशतगर्दी जथेबंदी लश्कर ए तौयबा दे वल्लों अंबाला दे डीआरएम नूं धमकी भरी चिट्ठी भेजी गई है। अंबाला सने 8 रेलवे स्टेशनां नूं उड़ाउण दी धमकी है। इस चिट्ठी दे विच मामले की जांच दे विच पुलिस जरूर लगी हुई है कि किसी की शरारत है या फिर इस पिछे इस चिट्ठी के पिछे का सच की है। ये तस्वीर दे विच असीं तुहानूं दिखा रहे हैं। जिहड़ी चिट्ठी हैंड रिटन है, ये कोई इस तरीके नाल नहीं है कि इस दे विच किते लश्कर ए तौयबा का बहुत जिक्र होवे, पर हैंड रिटन है जिस दे जरिए लश्कर ए तौयबा का नाम लैके धमकी दी गई है कि अंबाला रेलवे स्टेशन सने 8 रेलवे स्टेशन नूं उड़ा दिता जाएगा ते अंबाला दे डीआरएम नूं इह धमकी भरी चिट्ठी भेजी गई है। किसी की शरारत है या इस दे पिछे वजह की है, उसकी जांच दे विच पुलिस जरूर लगी हुई है। इस तो पहला भी एक दो बार अंबाला दे विच ही अंबाला रेलवे स्टेशन के उत्ते ही फोन आए सी इस तरीके की धमकी दे। हालांकि बाद दे विच फर्जी कॉल जरूर निकलियां सन, पुलिस ने जरूर जांच की, पर अंबाला इस करके भी बहुत अहम हो जाता है क्योंकि अंबाला देश का एक बड़ा कंटोनमेंट एरिया है। जे अंबाले का असीं जिक्र करिए तो अंबाला कैंट दे विच इंडियन एयरफोर्स आर्मी के बड़े बेस कैंप ने। राफाल जिहड़ा देश का सब तो आधुनिक लड़ाकू जहाज है उसकी तैनाती भी अंबाला दे विच कीती गई है। अंबाला तो पाकिस्तान या अंबाला तो चीन वाले पासे राफाल नूं उड़ान भरन दे विच बहुत इक्को जिहा सफर होंदा है, या कहिए कि बिल्कुल अहम पॉइंट है। इस करके भी अजिहियां चिट्ठियां नूं लैके पुलिस या जिहड़ा प्रशासन है बहुत गंभीर हो जाता है। को डीआरएम ऑफिस में प्राप्त हुआ था, जो आरपीएफ को उन्होंने मार्क कर दिया था। आरपीएफ ने जो है ना हमारे को आज 12 तारीख होगी, 10 तारीख को उन्होंने हमारे को लेटर दिया। हमने 10 तारीख को तुरंत एफआईआर रजिस्टर कर ली। एफआईआर रजिस्टर करके हमारे सारे साथी इसी संबंध में मीटिंग कर रहे थे, विचार विमर्श कर रहे थे। इसमें हम गहनता से तफ्तीश कर रहे हैं और जिसने भी ये शरारत की है या ये धमकी दी है, इसके खिलाफ सख्त से सख्त कानूनी कार्रवाई की जाएगी। कहाँ से लेटर आया और उसमें क्या लिखा हुआ? अभी तफ्तीश में ऐसा कुछ सामने नहीं आया। कोशिश कर रहे हैं ट्रेस करने की कि किसने ये लिखा है, कहाँ से आया है। ये सब तफ्तीश का जो है ना पहलू है, इसमें गहनता से तफ्तीश की जा रही है। हुण अगे वधदे हां, खबर सोनीपत तो है। सोनीपत तो वड्डी खबर खिडारन कबड्डी की खिडारन निशा दहिया के कतल मामले दे विच 2 होर गिरफ्तारियां होईयां ने। पुलिस ने मुख मुलजम कोच पवन नूं गिरफ्तार कर लिया ते मुलजम जिहड़ा कोच पवन ते उसका साथी सचिन भी गिरफ्तार किया गया है। गिरफ्तारी ताती गई है दिल्ली पुलिस की स्पैशल सैल के वलों। दिल्ली पुलिस की स्पैशल सैल ने गिरफ्तार किया है। दिल्ली के द्वारका इलाके तो गिरफ्तार किया गया। कतल तो बाद दोवें फरार सन। दोवां ते सोनीपत पुलिस ने 1 लाख रुपए का इनाम रखा होया सी। सोनीपत दे विच निशा ते उसदे भरा दा गोलियां मार के कतल कर दिता गया सी। उस अकैडमी दे विच ये पूरी घटना वापरी जिथे जो अकैडमी पहलवान सुशील कुमार ओलंपियन सिल्वर मैडलिस्ट ओलंपिक्स दे विच, ब्रॉन्ज मैडलिस्ट ओलंपिक्स दे विच सुशील कुमार दे नाम दे उत्ते पूरी अकैडमी है। हालांकि सुशील कुमार खुद एक कतल के मामले दे विच जेल दे विच बंद है। और सागर धनखड़ कतल केस दे विच बंद है ते हुण उसदे नाम ते चल रही अकैडमी दे विच पूरी घटना वापरी है ते हुण 2 गिरफ्तारियां इस पूरे मामले दे विच होईयां।
ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਸਿਵਲ ਵਾਰ ਵਾਲੇ ਬਿਆਨ ਨੂੰ ਲੈ ਕੇ ਸਿੱਧੂ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਬੀਜੇਪੀ ਵੱਲੋਂ, ਪੰਜਾਬ ਬੀਜੇਪੀ ਦੇ ਆਗੂਆਂ ਦੇ ਵੱਲੋਂ। ਪੰਜਾਬ ਬੀਜੇਪੀ ਨੇ ਪੰਜਾਬ ਸਰਕਾਰ ਤੇ ਸਿੱਧੂ ਦੇ ਉੱਤੇ ਸਵਾਲ ਚੁੱਕੇ ਨੇ ਕਿ ਪੌਣੇ 5 ਸਾਲ ਦੇ ਸਰਕਾਰ ਦੇ ਕੰਮਕਾਜ ਬਾਰੇ ਦੱਸੋ, ਉਸ ਦੇ ਉੱਤੇ ਕੁਐਸਚਨ ਮਾਰਕ ਕਿਉਂ ਨਹੀਂ। ਤੇ ਇਹ ਵੀ ਕਿਹਾ ਗਿਆ ਹੈ ਕਿ ਆਪਣੀ ਸਰਕਾਰ ਨੂੰ ਖੁਦ ਬੇਨਕਾਬ ਸਿੱਧੂ ਕਰ ਰਹੇ ਨੇ। ਕਾਂਗਰਸ ਦੀ ਸਰਕਾਰ ਦੇ ਵਿੱਚ ਇੰਡਸਟਰੀ ਨੇ ਹਿਜਰਤ ਕੀਤੀ, ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਖਰਾਬ ਹੋਈ ਤੇ ਹੁਣ ਸਿੱਧੂ ਸਿਵਲ ਵਾਰ ਦਾ ਜ਼ਿਕਰ ਕਰ ਰਹੇ ਨੇ, ਬੀਜੇਪੀ ਇਲਜ਼ਾਮ ਲਗਾ ਰਹੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਨੇ ਅੱਜ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਦੀ ਆਰਥਿਕਤਾ ਬਹੁਤ ਵਿਗੜ ਗਈ ਹੈ ਔਰ ਪੰਜਾਬ ਸਿਵਲ ਵਾਰ ਵੱਲ ਵਧ ਰਿਹਾ ਹੈ। ਜਿਸ ਕਾਂਗਰਸ ਪਾਰਟੀ ਦੀ ਪੌਣੇ 5 ਸਾਲ ਤੋਂ ਸਰਕਾਰ ਹੈ, ਉਹਦਾ ਪ੍ਰਧਾਨ ਇਹ ਬਿਆਨ ਦੇ ਕੇ ਇਸ ਗੱਲ ਨੂੰ ਉਜਾਗਰ ਕਰ ਰਿਹਾ ਹੈ ਕਿ ਪਿਛਲੇ ਪੌਣੇ 5 ਸਾਲ ਸਰਕਾਰ ਕਿੱਦਾਂ ਚੱਲੀ ਹੈ। ਇੱਕ ਬੰਨੇ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਕਹਿ ਰਹੇ ਨੇ ਕਿ ਆਲ ਇਜ਼ ਵੈਲ ਹੈ, ਅਸੀਂ ਰੈਵਨਿਊ ਵਧਾ ਰਹੇ ਹਾਂ। ਦੂਜੇ ਬੰਨੇ ਪਾਰਟੀ ਦਾ ਪ੍ਰਧਾਨ ਕਹਿ ਰਿਹਾ ਹੈ ਕਿ ਆਰਥਿਕਤਾ ਨੂੰ ਬਹੁਤ ਵੱਡੀ ਢਾਲ ਲੱਗੀ ਹੈ। ਮੈਂ ਸਮਝਦਾ ਕਿ ਨਵਜੋਤ ਸਿੱਧੂ ਆਪਣੀ ਸਰਕਾਰ ਨੂੰ ਔਰ ਆਪਣੇ ਆਪ ਨੂੰ ਐਕਸਪੋਜ਼ ਕਰ ਰਹੇ ਨੇ। ਸਿੱਧੂ ਦੇ ਉਸ ਬਿਆਨ ਦਾ ਵੀ ਜ਼ਿਕਰ ਕਰਦੇ ਹਾਂ। ਦਰਅਸਲ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੇ ਆਰਥਿਕ ਹਾਲਾਤ ਜਲਦ ਸੁਧਾਰਨੇ ਹੋਣਗੇ, ਨਹੀਂ ਤਾਂ ਸੂਬਾ ਰਹਿਣ ਲਾਇਕ ਨਹੀਂ ਰਹੇਗਾ। ਸਿੱਧੂ ਨੇ ਵੀ ਕਿਹਾ ਕਿ ਸਿਵਲ ਵਾਰ ਵਰਗੀ ਸਥਿਤੀ ਪੈਦਾ ਹੋ ਜਾਵੇਗੀ। ही मॉडल है, उससे करके मैं कहना कि स्टेट के रिसोर्सेज निजी पॉकेट्स च जा रहे हैं और कर्जा लेके ਅਸੀਂ कर्जे मोड़ रहे हैं। ये बड़ी खतरनाक स्थिति है और मैं ਅੱਜ ਸਾਰੇ ਪੰਜਾਬੀਆਂ ਨੂੰ ਦੱਸਣਾ ਚਾਹਨਾ, ਜੇ ਇਹਨੂੰ ਰਿਵਰਸ ਨਾ ਕੀਤਾ, ਪੰਜਾਬ ਇਜ਼ ਹੈਡਡ ਫॉर ਅ ਸਿਵਲ ਵਾਰ। ਇਹ ਸੂਬਾ ਰਹਿਣ ਜੋਗਾ ਨਹੀਂ ਰਹਿਣਾ, ਮੇਰੀ ਗੱਲ ਯਾਦ ਰੱਖਿਓ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਜਲੰਧਰ ਤੋਂ ਹੈ। ਜਲੰਧਰ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਮੁਹਿੰਮ ਚਲਾਈ ਗਈ ਹੈ। ਕਾਜ਼ੀ ਮੰਡੀ ਦੇ ਵਿੱਚ ਪੁਲਿਸ ਨੇ ਸਰਚ ਅਭਿਆਨ ਚਲਾਇਆ ਤੇ ਪੁਲਿਸ ਨੇ ਇਲਾਕੇ ਦੇ ਵਿੱਚ ਫਲੈਗ ਮਾਰਚ ਵੀ ਕੱਢਿਆ। ਨਸ਼ਾ ਤਸਕਰਾਂ ਨੂੰ ਬਾਜ਼ ਆਉਣ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਨਾਲ ਹੀ ਕਿਹਾ ਗਿਆ ਕਿ ਨਸ਼ਾ ਨਹੀਂ ਵੇਚਣ ਦਿੱਤਾ ਜਾਵੇਗਾ, ਕਾਰੋਬਾਰ ਨਹੀਂ ਹੋਣ ਦਿੱਤਾ ਜਾਵੇਗਾ, ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੇ ਵੱਲੋਂ ਇੱਕ ਸੁਨੇਹਾ ਨਸ਼ੇ ਦੇ ਖਿਲਾਫ ਜੋ ਮੁਹਿੰਮ ਚਲਾਈ ਗਈ ਹੈ ਉਸ ਦੇ ਜ਼ਰੀਏ ਦਿੱਤਾ ਜਾ ਰਿਹਾ ਹੈ। ਫਲੈਗ ਮਾਰਚ ਕੱਢਿਆ ਗਿਆ, ਵੱਡੇ ਅਧਿਕਾਰੀ ਖੁਦ ਅਗਵਾਈ ਇਸ ਪੂਰੇ ਫਲੈਗ ਮਾਰਚ ਦੀ ਕਰ ਰਹੇ ਸਨ। ਸਰਚ ਮੁਹਿੰਮ ਵੀ ਚਲਾਈ ਗਈ ਤੇ ਉਸ ਤੋਂ ਬਾਅਦ ਪੁਲਿਸ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਨਸ਼ੇ ਦੇ ਖਿਲਾਫ ਉਹਨਾਂ ਦੀ ਇਹ ਮੁਹਿੰਮ ਜਾਰੀ ਰਹੇਗੀ ਤੇ ਨਸ਼ੇ ਦੇ ਖਿਲਾਫ ਜੇਕਰ ਕਿਸੇ ਤਰ੍ਹਾਂ ਦਾ ਵੀ ਕੋਈ ਲਿਪਤ ਪਾਇਆ ਗਿਆ ਤਾਂ ਉਸ ਦੇ ਖਿਲਾਫ ਐਕਸ਼ਨ ਲਿਆ ਜਾਵੇ। ਜੇਕਰ ਸਾਨੂੰ ਕੋਈ ਵੀ ਕਿਸੇ ਕਿਸਮ ਦੀ ਸੂਚਨਾ ਮਿਲਦੀ ਹੈ ਇਹਨਾਂ ਦੇ ਅਗੇਂਸਟ, ਇਹਨਾਂ ਦੇ ਖਿਲਾਫ ਜਿਹੜਾ ਲੀਗਲ ਐਕਸ਼ਨ ਹੋਏਗਾ। ਇਹਦੇ 'ਚ ਸਾਨੂੰ ਕੁਝ ਇਨਪੁਟ ਸੀਗੇ ਐਂਡ ਐਸ ਸੱਚ 9 ਘਰਾਂ ਦੇ ਵਿੱਚ ਅਸੀਂ ਰੇਡ ਕੀਤੀ ਸੀਗੀ, ਕੋਈ ਐਜ਼ ਰਿਕਵਰੀ ਨਹੀਂ ਹੋਈ ਤਾਂ ਉਹ ਮੁਹਿੰਮ ਚੱਲਦੀ ਪਈ। ਬਟ ਐਟ ਦ ਸੇਮ ਟਾਈਮ ਅਸੀਂ ਅੱਜ ਜਿਹੜਾ ਹੈ ਫਲੈਗ ਮਾਰਚ ਦਾ ਵੀ ਇੱਥੇ ਇੱਕ ਇਨੀਸ਼ੀਏਟਿਵ ਲਿਆ ਹੈ। ਸਾਨੂੰ ਕੁਝ ਸ਼ਿਕਾਇਤਾਂ ਮੌਸੂਲ ਹੋਈ ਸੀਗੀ ਇਸ ਏਰੀਆ ਨੂੰ ਲੈ ਕੇ, तो ਇਹਦਾ ਜਿਹੜਾ ਇਨੀਸ਼ੀਏਟਿਵ ਹੈ ਉਪਰਾਲਾ ਹੈ ਉਹ ਇਸ ਕਰਕੇ ਹੈ ਤਾਂ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈ ਉਹਨਾਂ ਨੂੰ ਮੈਸੇਜ ਆਏ ਸਾਡੇ ਵੱਲੋਂ ਤਾਂ ਕਿ ਉਹ ਜਿਹੜਾ ਇਹ ਗਲਤ ਕੰਮ ਹੈ ਉਹ ਛੱਡ ਦੇ। ਅਦਰਵਾਈਜ਼ ਅਸੀਂ ਇਹਦੇ 'ਚ ਸਬਸੀਕੁਐਂਟਲੀ ਸਖਤ ਕਾਨੂੰਨੀ ਕਾਰਵਾਈ ਕਰਨੀ ਹੈ। ਸਰ ਜੀ ਕਿੰਨੇ ਥਾਣਿਆਂ ਵੱਲੋਂ ਰੇਡ? ਹੁਣ ਅੱਗੇ ਵਧਦੇ ਤੇ ਗੱਲ ਨਵਜੋਤ ਕੌਰ ਸਿੱਧੂ ਦੀ। ਨਵਜੋਤ ਕੌਰ ਸਿੱਧੂ ਨੇ ਬਿਕਰਮ ਮਜੀਠੀਆ ਦੇ ਉੱਤੇ ਹਮਲਾ ਬੋਲਿਆ। ਪੰਜਾਬ ਦੀ ਸਿਆਸਤ ਇਸ ਸਮੇਂ ਬਿਆਨਬਾਜ਼ੀਆਂ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ ਤੇ ਇੱਕ ਦੂਜੇ ਦੇ ਉੱਤੇ ਇਲੈਕਸ਼ਨ ਤੋਂ ਪਹਿਲਾਂ ਵਾਰ ਪਲਟਵਾਰ ਹੋ ਰਹੇ ਨੇ। ਬਿਕਰਮ ਮਜੀਠੀਆ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਬਹੁਤ ਤਲਖ ਟਿੱਪਣੀ ਕੀਤੀ ਹੈ ਨਵਜੋਤ ਕੌਰ ਸਿੱਧੂ ਨੇ। ਕਿਹਾ ਕਿ ਮਜੀਠੀਆ ਦਾ ਕੰਮ ਸਿਰਫ ਗੁੰਡਾਗਰਦੀ ਕਰਨਾ ਹੈ। ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿੱਤੀ ਸੀ, ਸੁਖਬੀਰ ਨੂੰ ਅੱਗੇ ਕਰ, ਮਜੀਠੀਆ ਨੂੰ ਪਿੱਛੇ ਕਰ ਦਿਓ। ਮਜੀਠੀਆ ਨੇ ਝੂਠੇ ਪਰਚੇ ਦਰਜ ਕਰਵਾਉਣ ਦੀ ਸ਼ੁਰੂਆਤ ਕੀਤੀ ਸੀ ਤਾਂ ਬਹੁਤ ਤਿੱਖਾ ਵਾਰ ਇੱਕ ਤਰੀਕੇ ਦੇ ਨਾਲ ਕਰਦੇ ਹੋਏ ਨਵਜੋਤ ਕੌਰ ਸਿੱਧੂ ਨਜ਼ਰ ਆ। भी पता किया था, सेंटर ने इनको डांट मारी जब ये सेंटर के साथ थे कि आपने कैसे कहा कि तुम्हें इतनी बिजली चाहिए, तुम क्यों इतनी बिजली खरीद रहे हो, तुम्हारे पंजाब में तो इतनी बिजली की ज़रूरत नहीं है। फिर उन्होंने पता किया कि ये जो पीपीए के कॉन्ट्रैक्ट्स हैं इन्होंने खुद साइन किए, उसमें इन्होंने उतनी 4000 किलोवाट की बिजली मांगी, उससे हमें 50,000 करोड़ का नुकसान हुआ। जब हम कहते हैं पक्के कर दो तब हम कहते हैं पैसे नहीं है, जब हम कहते हैं तनख्वाहें टाइम पे दे दो पैसे नहीं है, कोई अच्छा काम कर दो पैसे नहीं है। तो पैसा अगर एक ही परिवार खाई जाएगा तो पहले ही कह रहे थे कि टुट्टी कॉलेज में जो बंदा आया था, आज 5 सितारा होटल, 7 सितारा होटल, इतनी प्राइवेट बसें, हम सब लोग नौकरी करते हैं,
एमएलए, आपको याद रखना पड़ेगा कि एमएलए मंत्री हो चाहे ये नौकर हैं, क्योंकि लोगों के चुने हुए नुमाइंदे हैं, मतलब कि हम गवर्नमेंट के सर्वेंट्स हैं, हमें गवर्नमेंट की सैलरी मिलती है। मेरी सैलरी एज ए एमएलए डॉक्टर की सैलरी से कम थी, तो मैं क्यों कुछ नहीं बना पाई, तो मेरा लिविंग स्टैंडर्ड कम हुआ। तो इन लोगों का ऐसा क्या लॉटरियां लग जाती हैं एमएलए और एमपी बनके कि ये इतने करोड़ों के महल और 7 सितारा और ये होटल एक्सपोज कौन आपके सामने रोज एक्सपोज हो रहे हैं। 4.5 साल से तुसी भी नहीं कर पाए। देखो, मैंने कहा कैप्टन अमरिंदर सिंह जी इनके साथ थे, हमने जो भी हमारे साथ हुआ इसीलिए हुआ क्योंकि नवजोत सिद्धू ने कह दिया कि 75-25 चलता है। अब क्या होता है कि एक बंदा 10 साल जब राज करता है तो वो चोरी करनी सिखा देता है। हर इंसान को शौक होता है कि मैं पैसे बनाऊं, तो उसको अकाली दल ने 10 साल राज किया, उन्होंने चोरी करने के तरीके सिखाए, उन्होंने सब सारे पंजाब को, मैं कह रही हूँ सारे पंजाब को सिखाए। जो बंदा ये गलत काम कर रहा है, जो बंदा, इसमें अकेले एमएलए नहीं होते, कंट्रैक्टर होते हैं, सारे बंदे होते हैं। नवजोत ने क्या कहा कि कॉर्पोरेशन बना दो। अब चन्नी जी क्या कह रहे हैं, है ना, कि 5 रुपए स्क्वायर फीट पे उठाएंगे। अभी की उस लेवल पे आए नहीं है हम कि उससे ज्यादा अगर पकड़े गए तो कोई इंसान, कोई यंगस्टर मुझे उसकी फोटो बता दे, दिखा दे, मैं साइट पे जाके कैंसिल करूंगा। जबकि अभी भी 22 रुपए स्क्वायर फीट मिल रही है, इसको टाइम लगेगा। जब फिक्स हो गई, ये नवजोत का क्या रोना था शुरू से कि फिक्स कर दो, जो हमारा यूथ बाहर जा रहा है, हमारी सारी पंजाब की रिस्पॉन्सिबिलिटी बनती है कि हम ये जो चोरियां हो रही हैं, चाहे बसों में थी, चाहे लिकर माफिया में थी, चाहे सैंड माफिया में थी, हम पिछले पे क्यों जाएं? अब हम लोकल बॉडीज मिनिस्ट्री में थे, पुरानी फाइलों में क्यों जाएं? तुम नए रूल्स ऐसे बनाओ जिसमें कोई गलत कर ही ना सके। मैडम, या तो तुम प्रोग्रेसिव चल रहे हो। ਐਸਟੀਐਫ ਦੀ ਰਿਪੋਰਟ ਮੈਮ ਕਿਤੇ ਨਾ ਕਿਤੇ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸੁਖਜਿੰਦਰ ਸਿੰਘ ਰੰਧਾਵਾ ਕੋਲ ਗ੍ਰਹਿ ਮੰਤਰਾਲਾ, ਪਰ ਹਾਲੇ ਵੀ ਕਿਤੇ ਨਾ ਕਿਤੇ ਰਿਪੋर्ट ਜਿਹੜੀ ਹੈ ਜਨਤਕ नहीं ਹੁੰਦੀ ਜਾਪਦੀ। ਕੱਲ ਵੀ ਵਿਧਾਨ ਸਭਾ ਦੇ ਵਿੱਚ ਇਹੀ ਮੁੱਦਾ ਉੱਠਿਆ ਸੀਗਾ। 18 या 19 को हाई कोर्ट ने कहा है, मैं पंजाबी हाई कोर्ट ने ऑलरेडी, मैंने एग्जैक्ट डेट याद नहीं, मैंने लगता है 19 नवंबर 19 ਨਵੰਬਰ ਨੂੰ ਰਿਪੋਰਟ ਜਨਤਕ ਹੋ ਰਹੀ ਹੈ, ਖੁੱਲ ਰਹੀ ਹੈ। ਜੱਜਾਂ ਨੇ ਕਿਹਾ ਸੀਗਾ, ਡਬਲ ਬੈਂਚ ਦਾ ਜੱਜ ਹੈ, ਉਹਨਾਂ ਨੇ ਕਿਹਾ ਸੀ ਸਾਨੂੰ ਪੜਨ ਨੂੰ ਰਿਪੋਰਟ ਟਾਈਮ ਚਾਹੀਦਾ ਹੈਗਾ। ਉਹ ਰਿਪੋਰਟ ਜਦੋਂ ਖੁੱਲੇਗੀ ਪਹਿਲਾ ਨਾਮ ਆਏਗਾ। ਸਾਰੇ ਕਹਿੰਦੇ ਸੀਗੇ ਖੈਰਾ ਵੀ ਨਹੀਂ ਫੜਿਆ ਜਾਏਗਾ, ਜਦੋਂ ਕਿ ਈਡੀ ਦਾ ਨੋਟਿਸ ਆਇਆ ਸੀਗਾ ਤੁਹਾਡੇ ਸਾਹਮਣੇ ਖੈਰਾ ਵੀ ਫੜਿਆ ਗਿਆ ਕਿਉਂਕਿ ਉਹਨੇ ਕਿਤੇ ਨਾ ਕਿਤੇ ਬਾਹਰਲੇ ਪੈਸਿਆਂ ਦਾ ਕੀਤੀ ਸੀਗੀ ਪ੍ਰੋਬਲਮ। ਪਹਿਲਾਂ ਤੁਸੀਂ ਕਦੇ ਨਹੀਂ ਦੇਖਿਆ ਵੀ ਐਮਐਲਏ ਫੜੇ ਗਏ। ਬੈਂਸ ਬ੍ਰਦਰ ਦੇ ਵੀ ਰੇਪ ਦਾ ਪਰਚਾ ਹੋਇਆ, ਪਹਿਲਾਂ ਤਾਂ ਕਦੇ ਨਹੀਂ ਹੋਇਆ। ਸੋ ਜੇ ਸਾਡੀ ਸਰਕਾਰ ਆਈ ਹੈ ਤਾਂ ਥੋੜੇ ਜਿਹੇ ਸਟ੍ਰਿਕਟ ਹੋ ਰਿਹਾ ਹੈ, ਤਾਂ ਲੋਕ ਫੜੇ ਜਾ ਰਹੇ ਹੈ। ਤੇ ਜਿਹੜੀਆਂ ਬੱਸਾਂ ਫੜੀਆਂ ਗਈਆਂ ਉਹਨਾਂ ਚੋਂ 40% ਤਾਂ ਕਾਂਗਰਸ ਦੀਆਂ ਵੀ ਬੱਸਾਂ ਹੈ, ਤੇ ਕਾਂਗਰਸ ਵਾਲੇ ਐਮਐਲਏ ਨੂੰ ਵੀ ਤਾਂ ਕਿਹਾ ਗਿਆ ਵੀ ਤੁਸੀਂ ਵੀ ਪੈਸੇ ਜਮ੍ਹਾਂ ਕਰਾਓ जो तुसी कांग्रेसियां ने अपनी प्राइवेट एक परमिट पे कीती है। विक्रम मजीठिया चुनौती दे रहे हैं, विक्रम मजीठिया ने साफ चुनौती दी है। फिर ਅੱਜ ਕੱਲ ਵਿੱਤ ਮੰਤਰੀ ਕਹਿ ਰਹੇ ਨੇ ਕਿ ਅਸੀਂ ਉਹਨਾਂ ਕੋਲੋਂ ਹੀ ਬਿਜਲੀ ਲਵਾਂਗੇ, ਪਰ ਗੱਲ ਕਰਕੇ ਲਵਾਂਗੇ ਹੁਣ ਅਸੀਂ। मैं कहनी हाँ क्योंकि अदरवाइज थोड़े हाई कोर्ट चैलेंज हो जाते हैं। ਜਿਹੜਾ ਰੇਟ ਤੇ ਤੁਹਾਨੂੰ ਮਾਰਕੀਟ 'ਚ ਮਿਲ ਰਹੀ ਹੈ, ਜਿਹੜੇ ਰੇਟ ਤੇ ਮਾਰਕੀਟ ਮਿਲ ਰਹੀ ਹੈ, ਜੇ ਅਗਲਾ ਬੰਦਾ, ਹਰ ਬੰਦੇ ਦੀ ਪਹਿਲੀ ਉਸ ਬੰਦੇ ਦੀ ਪ੍ਰਾਇੋਰਟੀ ਹੁੰਦੀ ਹੈ ਜਿਹੜੇ ਬੰਦੇ ਨਾਲ ਤੁਹਾਡਾ ਕੰਟਰੈਕਟ ਸਾਈਨ ਕੀਤਾ ਹੋਵੇ। ਇਹ ਚਾਹੇ ਘਰ ਦਾ ਹੋਵੇ, ਚਾਹੇ ਕੋਈ ਗੱਲ ਹੋਵੇ, ਉਹ ਰੱਦ ਇਸ ਲਈ ਹੋ ਸਕੇ, ਪਹਿਲਾਂ ਨਹੀਂ ਹੋ ਸਕੇ ਕਿਉਂਕਿ ਉਹਨਾਂ ਕੋਲ ਕੋਲਾ ਜਿਹੜਾ ਸੀਗਾ ਉਹਦੀ ਕੋਈ ਕੰਡੀਸ਼ਨਸ ਹੁੰਦੀਆਂ। ਤੁਸੀਂ ਪਿੱਛੇ ਕੋਲਾ ਰੱਖਣਾ ਹੁੰਦਾ ਹੈ, ਕੋਲਾ ਮਹਿੰਗਾ ਹੋਊਗਾ ਤਾਂ ਉਹਦੇ ਹਿਸਾਬ ਨਾਲ ਤੁਸੀਂ ਥੋੜਾ ਐਕੋਮੋਡੇਟ ਕਰੋਗੇ। ਹੁਣ ਰੂਲਸ ਛੁੱਟੇ हैं बार-बार। विक्रम मजीठिया ਨਵਜੋਤ ਕੌਰ ਸਿੱਧੂ ਦੇ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਨੇ ਅਕਾਲੀ ਦਲ ਦੇ ਉੱਤੇ, ਵੱਖ-ਵੱਖ ਇਸ਼ੂਜ਼ ਦੇ ਉੱਤੇ ਉਹਨਾਂ ਦੇ ਵੱਲੋਂ ਜਵਾਬ ਦਿੱਤੇ ਗਏ ਨੇ। ਤੇ ਤੁਹਾਨੂੰ ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਨੇ ਮਜੀਠੀਆ ਦੇ ਉੱਤੇ ਸਿੱਧਾ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ, ਜੋ ਅਸੀਂ ਜ਼ਿਕਰ ਕਰ ਰਹੇ ਹਾਂ। ਤੇ ਜੋ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ ਕਿ ਮਜੀਠੀਆ ਸਿਰਫ ਗੁੰਡਾਗਰਦੀ ਦਾ ਕੰਮ ਕਰਦਾ ਹੈ, ਇਸ ਤਰੀਕੇ ਦੀਆਂ ਜਿਹੜੀਆਂ ਟਿੱਪਣੀਆਂ ਨੇ, ਸ਼ਬਦਾਵਲੀ ਉਹ ਵਰਤੀ ਗਈ ਹੈ। ਖੈਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਪੰਜਾਬ ਦੀ ਸਿਆਸਤ 'ਚ ਪਿਛਲੇ ਕੁਝ ਦਿਨਾਂ ਦੇ ਦੌਰਾਨ ਇਸ ਤਰੀਕੇ ਦੀਆਂ ਟਿੱਪਣੀਆਂ ਬਹੁਤ ਇੱਕ ਦੂਜੇ ਉੱਤੇ ਹੋਈਆਂ ਨੇ। ਕੱਲ ਦਾ ਹੀ ਅਸੀਂ ਦਿਨ ਦਾ ਜ਼ਿਕਰ ਕਰੀਏ ਤਾਂ ਵਿਧਾਨ ਸਭਾ ਦਾ ਸੈਸ਼ਨ ਸੀ, ਸੈਸ਼ਨ ਦੇ ਅੰਦਰ ਤਸਕਰੀ ਤੇ ਦੂਜੇ ਪਾਸੇ ਅਜਿਹੇ ਸ਼ਬਦਾਂ ਦਾ ਇਸਤੇਮਾਲ ਜਾਂ ਕਹੀਏ ਕਿ ਤੂ ਤੜਾਕ ਤੱਕ ਮਾਮਲਾ, ਔਰ ਕਿਉਂਕਿ ਆਵਾਜ਼ ਸਦਨ ਦੇ ਅੰਦਰੋਂ ਬਾਹਰ ਨਹੀਂ ਆਈ ਮਾਈਕ ਦੇ ਜ਼ਰੀਏ ਵੀ, ਤਾਂ ਸ਼ਾਇਦ ਇਸ ਤੋਂ ਵੀ ਅੱਗੇ ਪੂਰਾ ਮਾਮਲਾ ਨਿਕਲ ਗਿਆ ਹੋਵੇ। ਪਰ ਤਸਵੀਰਾਂ ਜੋ ਆਈਆਂ ਸੀ ਵਿਕਰਮ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਜਦੋਂ ਆਮੋ ਸਾਹਮਣੇ ਖੜੇ ਹੋਏ ਸਨ ਤਾਂ ਖੂਬ
ਤਿੱਖੀ ਤਕਰਾਰ ਉਹਨਾਂ ਦੇ ਵਿੱਚ ਹੁੰਦੀ ਹੋਈ ਨਜ਼ਰ ਆ ਰਹੀ ਸੀ। ਹੁਣ ਨਵਜੋਤ ਕੌਰ ਸਿੱਧੂ ਤੇ ਮਜੀਠੀਆ ਫੈਮਿਲੀ ਆਪਸ ਦੇ ਵਿੱਚ ਲਗਾਤਾਰ ਜਿਹੜੀਆਂ ਨਿੱਜੀ ਟਿੱਪਣੀਆਂ ਜਾਂ ਫਿਰ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਕਰਦੇ ਰਹੇ ਨੇ। ਇੱਕ ਵਾਰ ਫਿਰ ਤੋਂ ਨਵਜੋਤ ਕੌਰ ਸਿੱਧੂ ਮੋਰਚਾ ਬਿਕਰਮ ਮਜੀਠੀਆ ਦੇ ਖਿਲਾਫ ਖੋਲ ਰਹੇ ਨੇ। ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ।